ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ। ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸ ਦੇ ਵਿੱਚ ਕਿ ਸਾਹਿਤ ਦੀ, ਇਤਿਹਾਸਕ ਗ੍ਰੰਥਾਂ ਦੀ ਅਤੇ ਪੁਰਾਤਨ ਗ੍ਰੰਥਾਂ ਤੇ ਕਿਤਾਬਾਂ ਦੀ ਬੇਅਦਬੀ ਹੋ ਰਹੀ ਹੈ। ਇੰਪੋਰਟੈਂਸ ਜੇ ਹੈਗਾ ਲਿਟਰੇਚਰ ਇਹਨੂੰ ਦੇਖੋ ਕਿੰਨਾ 2015 ਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 2 ਟਰੱਕ ਕਬਾੜ ਕਹਿ ਕੇ ਲਾਇਬ੍ਰੇਰੀ ਦੇ ਵਿੱਚੋਂ ਰੇਅਰ ਕਲੈਕਸ਼ਨ ਦੇ ਵਿੱਚੋਂ ਪੁਰਾਤਨ ਖਰੜਿਆਂ ਵਿੱਚੋਂ ਜਿਹਦੇ ਵਿੱਚ ਪੁਰਾਤਨ ਪੋਥੀਆਂ, ਧਾਰਮਿਕ ਖਰੜੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ, ਹਨੂਮਾਨ ਚਾਲੀਸਾ ਤੇ ਹੋਰ ਧਰਮਾਂ ਦਾ ਸਾਹਿਤ ਸੀ ਜਿਹੜਾ, ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਕੈਸਟਾਂ, ਉਦੋਂ ਦੇ ਅਖਬਾਰ, ਉਹ ਸਾਰੇ ਯੂਨੀਵਰਸਿਟੀ ਵੱਲੋਂ 2 ਟਰੱਕ ਵੇਚ ਦਿੱਤੇ ਜਾਂਦੇ ਨੇ। ਸਾਨੂੰ ਯੂਨੀਵਰਸਿਟੀ ਦੱਸੇ ਵੀ ਉਹ ਕਿਹਦੇ ਕਹਿਣ ਤੇ ਵੇਚਿਆ ਗਿਆ ਤੇ ਕਿੱਥੇ ਵੇਚਿਆ ਗਿਆ ਤੇ ਉਹ ਕਿਉਂ ਵੇਚਿਆ ਗਿਆ ਤੇ ਉਹਦੇ ਵਿੱਚੋਂ ਕਿੰਨਾ ਵੇਚਿਆ ਗਿਆ। ਸੋ ਯੂਨੀਵਰਸਿਟੀ ਨੇ ਅੱਜ ਤੱਕ ਉਹਦੇ ਤੇ ਕੋਈ ਨਹੀਂ ਤੇ ਆ ਇੱਕ ਨਵੀਂ ਘਟਨਾ ਸਾਹਮਣੇ ਆ ਗਈ। ਜਿਹੜੀ ਸਾਡੀ ਸਰਮੌਰ ਸੰਸਥਾ ਗਈ, ਅਸੀਂ ਮੋਰਚੇ ਦੇ ਦੂਜੇ ਦਿਨ ਉਹਨਾਂ ਨੂੰ ਚਿੱਠੀ ਲਿਖੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪ੍ਰਧਾਨ ਜੀ ਨੂੰ। ਪ੍ਰਧਾਨ ਜੀ ਵੱਲੋਂ ਗਠਿਤ ਕਮੇਟੀ ਇੱਕ ਯੂਨੀਵਰਸਿਟੀ ਦੇ ਵਿੱਚ ਆਉਂਦੀ ਆ, ਐਸੇ ਹੀ ਸਥਾਨ ਦੇ ਉੱਤੇ ਬੈਠ ਕੇ ਉਹ ਸਾਡੇ ਨਾਲ ਗੁਰਮਤਾ ਕਰਕੇ ਮਤਲਬ ਜਾਂਦੇ ਨੇ ਤੇ ਬਾਈ ਚਾਂਸ ਸਾਹਿਬ ਨਾਲ ਉੱਥੇ ਜਾ ਕੇ ਲਾਇਬ੍ਰੇਰੀ ਦਾ ਦੌਰਾ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਸਾਡੇ ਕੋਲੇ ਮੰਨਦੇ ਨੇ ਵੀ ਹਾਂ ਯੂਨੀਵਰਸਿਟੀ ਪ੍ਰਸ਼ਾਸਨ ਤੇ ਉਹ ਸਟਾਕ ਵੈਰੀਫਿਕੇਸ਼ਨ ਕਮੇਟੀ ਦੇ ਅਧਿਕਾਰੀ ਮੰਨ ਰਹੇ ਨੇ ਵੀ ਬੇਅਦਬੀ ਹੋਈ ਹੈ। ਕਾਰਨ ਕੀ ਮੰਨਦੇ ਨੇ ਕਿ ਇਸ ਦੇ ਪਿੱਛੇ ਕੌਣ ਹੈ ਜੋ ਇਹਨਾਂ ਨੂੰ ਨਸ਼ਟ ਕਰਵਾ ਰਿਹਾ? ਅਸੀਂ ਵੀ ਉਹੀ ਚਾਹੁੰਦੇ ਵੀ ਉਹ ਤਾਕਤਾਂ ਨੂੰ ਸਾਹਮਣੇ ਲਿਆਂਦਾ ਜਾਵੇ ਜਿਹੜੀਆਂ ਉੱਥੋਂ ਤਾਕਤਾਂ ਨੇ, ਕਿਉਂਕਿ ਬਾਈ ਚਾਂਸ ਸਾਹਿਬ ਇੱਥੋਂ ਦੇ ਮੰਨਣ ਨੂੰ ਤਿਆਰ ਨਹੀਂ ਵੀ ਇਦਾਂ ਦਾ ਕੁਝ ਨਹੀਂ ਹੋਇਆ। ਜੇ ਇਦਾਂ ਦਾ ਕੁਝ ਨਹੀਂ ਹੋਇਆ ਤਾਂ ਉਹ ਅਜੇ ਤੱਕ ਸਪਸ਼ਟੀਕਰਨ ਦਿੰਦੇ। ਐਜੀਪੀਸੀ ਵੀ ਇੱਥੇ ਦੋਹਰੇ ਮਾਪਦੰਡ ਬਣਾ ਰਹੀ ਹੈ। ਇੱਕ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਕਹਿਣ ਦੇ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਛਚਾਤਾਪ ਦੇ ਪਾਠ ਕਰਵਾਏ ਜਾਂਦੇ ਨੇ। ਅੱਜ ਤੁਸੀਂ ਦੇਖਿਆ ਉਹ ਅਖਬਾਰ ਦੇ ਵਿੱਚ ਵੀ, ਟ੍ਰਿਬਿਊਨ ਦੇ ਵਿੱਚ ਬਿਆਨ ਲੱਗਿਆ ਆਪਣੇ ਕਰਨੈਲ ਸਿੰਘ ਕਰਤਾਰਪੁਰੀ ਜੀ ਦਾ। ਉਹਨਾਂ ਨੇ ਕਿਹਾ ਵੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਹ ਮਸਲਾ ਸੀ, ਇਹ ਅਖੰਡ ਪਾਠ ਸਾਹਿਬ ਦਾ ਪਛਚਾਤਾਪ ਕਰਵਾ ਦਿੱਤਾ ਗਿਆ। ਪਰ ਉਸੇ ਦਿਨ ਹੀ 25 ਦੀ ਸ਼ਾਮ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਹੈਗਾ ਪ੍ਰੈਸ ਨੋਟ ਜਾਰੀ ਕਰਕੇ ਵੀ ਯੂਨੀਵਰਸਿਟੀ ਦੇ ਵਿੱਚ ਕੋਈ ਬੇਅਦਬੀ ਨਹੀਂ ਹੋਈ। ਇਹ ਜਿਹੜੀਆਂ ਤਸਵੀਰਾਂ ਨੇ ਇਹ ਕਿਸੇ ਹੋਰ ਪਾਸੇ ਦੀਆਂ ਨੇ, ਯੂਨੀਵਰਸਿਟੀ ਦੇ ਕਿਸੇ ਹੋਰ ਕੋਨੇ ਦੀਆਂ, ਕਿਸੇ ਹੋਰ ਪਾਸੇ ਦੀਆਂ ਨੇ। ਤਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਗਈਆਂ, ਜਨਤਕ ਕੀਤੀਆਂ ਗਈਆਂ ਪ੍ਰੈਸ ਕਾਨਫਰੰਸ, ਉਹ ਕੋਈ ਹੋਰ ਨੇ। ਤਾਂ ਇਹ ਕਿੱਥੇ ਦੀਆਂ ਫੋਟੋਆਂ ਨੇ? ਯੂਨੀਵਰਸਿਟੀ ਦਾ ਕਿਹੜਾ ਪਾਸਾ? ਇਹ ਰੇਅਰ ਕਲੈਕਸ਼ਨ ਦੇ ਵਿੱਚ ਹੀ ਨੇ ਤੇ ਉਹ ਤਾਂ ਅਲੱਗ ਕਮਰੇ ਦੀ ਫੋਟੋ ਨੇ। ਫਿਰ ਤੁਹਾਨੂੰ ਵੀ ਪਤਾ ਵੀ ਨਾਲੇ ਚੋਰ ਨਾਲੇ ਚਤਰਾਈ, ਫਿਰ ਕਮੈਂਟ ਬੰਦ ਕਰਨ ਦਾ ਮਤਲਬ ਕੀ? ਅੱਜ ਤੱਕ ਕਿਸੇ ਪੋਸਟ ਦੇ ਕਮੈਂਟ ਨਹੀਂ ਬੰਦ ਕੀਤੇ ਗਏ। ਪਹਿਲੀ ਵਾਰੀ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਹੋਇਆ ਵੀ ਕਿਸੇ ਪ੍ਰੈਸ ਨੋਟ ਨੂੰ ਜਾਰੀ ਕਰਕੇ ਥੱਲੇ ਕਮੈਂਟ ਬੰਦ ਕੀਤੇ ਗਏ। ਕੋਈ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ, ਉਦੋਂ ਬੜਾ ਰੌਲਾ ਪਾਇਆ ਜਾਂਦਾ ਕਿ ਸਾਡਾ ਧਰਮ ਖਤਰੇ 'ਚ, ਸਾਡਾ ਆਹ ਖਤਰੇ 'ਚ। ਇਕੱਲਾ ਸਿੱਖ ਨਹੀਂ, ਸਾਰੇ ਹੀ ਪਾਉਂਦੇ ਨੇ। ਪਰ ਜਦੋਂ ਅਸਲ ਇਤਿਹਾਸ ਨੂੰ ਸਾਂਭਣ ਦਾ ਹੁਣ ਜਿਵੇਂ ਸਮਾਂ ਆ, ਤਾਂ ਤੁਹਾਡੇ ਨਾਲ ਕੋਈ ਆ ਕੇ ਖੜਿਆ? ਧਰਮ ਦੇ ਨਾਂ ਤੇ ਸਿਆਸਤ ਕਰਨ ਵਾਲੇ ਕੋਈ ਵੀ ਸਿਆਸਤਦਾਨ ਹੋਣ, ਉਹ ਆਪਦੇ ਧਰਮ ਪ੍ਰਤੀ ਕਿੰਨੇ ਕੁ ਸੁਹਿਰਦ ਨੇ ਅੱਜ ਇੱਥੋਂ ਪ੍ਰਗਟ ਹੀ ਹੋ ਰਿਹਾ। ਮਤਲਬ ਸਾਰੇ ਧਰਮਾਂ ਦੇ ਸਤਿਕਾਰ ਲਈ, ਮਤਲਬ ਖਾਸ ਕਰ ਹੈ ਨਾ, ਮਤਲਬ ਵੀ ਇੱਥੇ ਜਿਹੜੀਆਂ ਵੱਧ ਕਿਤਾਬਾਂ ਸਿੱਖ ਧਰਮ ਨਾਲ ਰਿਲੇਟਡ ਨੇ, ਅਸੀਂ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਕਿਸੇ ਵੀ ਧਰਮ ਦਾ ਕੋਈ ਵੀ ਆਗੂ ਇੱਥੇ ਤੱਕ ਨਹੀਂ ਪਹੁੰਚਿਆ ਹੈਗਾ ਵੀ ਜਿਹੜਾ ਉਹ ਇਹਦੀ ਲੜਾਈ ਲੜ ਸਕੇ। ਸਾਹਿਬ ਦਾ ਕੀ ਇਸ ਮਾਮਲੇ ਦੇ ਉੱਤੇ ਰਿਐਕਸ਼ਨ ਕੀ ਆ? ਉਹ ਕੀ ਕਹਿੰਦੇ ਨੇ? BC ਸਾਹਿਬ ਨੇ ਤਾਂ ਕੀ ਕਹਿਣਾਗਾ, ਉਹ ਤਾਂ ਮਤਲਬ ਆਹ ਮਸਲੇ ਤੇ ਵੀ ਅੱਜ ਤੱਕ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰੀ ਗਈ ਹੈਗੀ। ਅਸੀਂ ਪਹਿਲਾਂ ਵੀ ਕਿੰਨੇ ਵਾਰ ਦੱਸ ਚੁੱਕੇ ਹਾਂ। ਬਾਈ ਚਾਂਸਲਰ ਸਾਹਿਬ ਦੇ ਆਉਣ ਤੋਂ ਬਾਅਦ ਇੱਥੇ ਪ੍ਰਮੋਸ਼ਨਲ ਵੀਡੀਓ ਦੇ ਵਿੱਚੋਂ ਸਿੱਖ ਚਿਹਰੇ ਨੂੰ ਮਨਫੀ ਕਰਨਾ, ਜਿਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਬਿਆਨ ਆਉਂਦੇ ਨੇਗੇ ਵੀ ਸਿੱਖ ਚਿਹਰੇ ਨੂੰ ਨਾ ਲੈਣਾ ਬਹੁਤ ਭਾਗਾ। ਪਰ ਸਾਡੇ ਵੱਲੋਂ ਉਹਦੇ ਤੇ ਜਦੋਂ ਪ੍ਰੋਟੈਸਟ ਕੀਤਾ ਜਾਂਦਾ ਤੇਜ਼, ਤਾਂ ਪ੍ਰਮੋਸ਼ਨਲ ਵੀਡੀਓ ਨੂੰ ਦੁਬਾਰਾ ਬਣਾਇਆ ਜਾਂਦਾ। ਬਹੁਤ ਵਿਭਾਗਾਂ ਦੇ ਵਿੱਚ ਤਾਂ ਵਿਭਾਗ ਦੇ ਮੁਖੀਆਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਦੀਆਂ ਪ੍ਰਵਾਨਗੀਆਂ ਨਹੀਂ ਦਿੱਤੀਆਂ ਜਾਂਦੀਆਂ। ਜੇ ਬੱਚੇ ਆਪਣੇ ਪੱਧਰ ਤੇ ਪ੍ਰਵਾਨਗੀ ਤੋਂ ਬਿਨਾਂ ਆਪਣੇ ਪੱਧਰ ਤੇ ਪਾਠ ਕਰਾਉਂਦੇ ਨੇ ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਵੀ ਜੇ ਤੁਸੀਂ ਉੱਥੇ ਗਏ ਤਾਂ ਤੁਹਾਡੀ ਉਸ ਦਿਨ ਦੀ ਅਟੈਂਡੈਂਸ ਸ਼ਾਰਟ ਕੀਤੀ ਜਾਊਗੀ। ਪੰਜਾਬ KTV ਦੇਖ ਰਹੇ ਹੋ, ਮੈਂ ਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ। ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਸ਼ਾ ਦੇ ਆਧਾਰ ਦੇ ਉੱਤੇ ਦੁਨੀਆ ਦੇ ਵਿੱਚ ਬਣੀ ਦੂਜੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸ ਦੇ ਵਿੱਚ ਕਿ ਸਾਹਿਤ ਦੀ, ਇਤਿਹਾਸਕ ਗ੍ਰੰਥਾਂ ਦੀ ਅਤੇ ਪੁਰਾਤਨ ਗ੍ਰੰਥਾਂ ਤੇ ਕਿਤਾਬਾਂ ਦੀ ਬੇਅਦਬੀ ਹੋ ਰਹੀ ਹੈ। ਇਤਿਹਾਸ ਦੇ ਨਾਲ ਛੇੜਛਾੜ ਕਰਨ ਦਾ ਇੱਕ ਨਵਾਂ ਢੰਗ ਕਿ ਇਤਿਹਾਸ ਦੀਆਂ ਜਿਹੜੀਆਂ ਪੁਰਾਣੀਆਂ ਕਿਤਾਬਾਂ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ, ਮਲੀਆ ਮੇਟ ਕਰ ਦਿੱਤਾ ਜਾਵੇ। ਤਾਂ ਅਜਿਹਾ ਕੁਝ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੋ ਰਿਹਾ ਹੈ। ਨੌਜਵਾਨ ਇਸ ਸੰਬੰਧੀ ਧਰਨਾ ਲਗਾਈ ਬੈਠੇ ਨੇ ਇਤਿਹਾਸ ਨੂੰ ਬਚਾਉਣ ਦੇ ਲਈ, ਇਤਿਹਾਸਕ ਗ੍ਰੰਥਾਂ ਨੂੰ, ਧਾਰਮਿਕ ਕਿਤਾਬਾਂ ਨੂੰ ਤੇ ਪੁਰਾਤਨ ਇਤਿਹਾਸ ਨੂੰ ਬਚਾਉਣ ਦੇ ਲਈ। ਉਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਪੂਰਾ ਮਾਮਲਾ ਕੀ ਹੈ, ਉਹ ਵੀ ਜਾਣਾਂਗੇ। ਤੇ 8 ਦਿਨਾਂ ਤੋਂ, ਪਿਛਲੇ 8 ਦਿਨਾਂ ਤੋਂ ਦਿਨ ਰਾਤ ਦਾ ਧਰਨਾ ਇੱਥੇ ਚੱਲ ਰਿਹਾ। ਤਾਂ ਨੌਜਵਾਨ ਮੌਜੂਦ ਨੇ ਜਿਨ੍ਹਾਂ ਨੇ ਇਸ ਮਸਲੇ ਨੂੰ ਚੁੱਕਿਆ। ਲੋਕ ਆਵਾਜ਼ ਬਣਾਉਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਕਦੋਂ ਤੋਂ ਤੁਹਾਡੇ ਧਿਆਨ ਦੇ ਵਿੱਚ ਇਹ ਮਸਲਾ ਆਇਆ? ਕਦੋਂ ਤੋਂ ਇਹ ਜਿਹੜੀ ਬੇਅਦਬੀ ਹੈ ਇਹ ਹੋ ਰਹੀ ਹੈ? ਇਹ ਜਿਹੜਾ ਬੇਅਦਬੀ ਦਾ ਸਿਲਸਿਲਾ ਹੈ ਤਾਂ 2015 ਤੋਂ ਸ਼ੁਰੂ ਹੋ ਚੁੱਕਿਆ ਸੀ, ਜਿਹੜਾ ਸਾਡੇ ਧਿਆਨ ਦੇ ਵਿੱਚ ਹੈਗਾ।
2015 ਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ 2 ਟਰੱਕ ਕਬਾੜ ਕਹਿ ਕੇ ਲਾਇਬ੍ਰੇਰੀ ਦੇ ਵਿੱਚੋਂ ਰੇਅਰ ਕਲੈਕਸ਼ਨ ਦੇ ਵਿੱਚੋਂ ਪੁਰਾਤਨ ਖਰੜਿਆਂ ਵਿੱਚੋਂ ਜਿਹਦੇ ਵਿੱਚ ਪੁਰਾਤਨ ਪੋਥੀਆਂ, ਧਾਰਮਿਕ ਖਰੜੇ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ, ਹਨੂਮਾਨ ਚਾਲੀਸਾ ਤੇ ਹੋਰ ਧਰਮਾਂ ਦਾ ਸਾਹਿਤ ਸੀ ਜਿਹੜਾ, ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਕੈਸਟਾਂ, ਉਦੋਂ ਦੇ ਅਖਬਾਰ, ਉਹ ਸਾਰੇ ਯੂਨੀਵਰਸਿਟੀ ਵੱਲੋਂ 2 ਟਰੱਕ ਵੇਚ ਦਿੱਤੇ ਜਾਂਦੇ ਨੇ। ਪਰ ਸਾਡੇ ਵੱਲੋਂ ਸੈਫੀ ਜਥੇਬੰਦੀ ਵੱਲੋਂ 1 ਟਰੱਕ ਨੂੰ ਘੇਰ ਲਿਆ ਜਾਂਦਾ ਤੇ ਹੋਰ ਆਪਣੇ ਗੁਰਸਿੱਖ ਮੁੰਡਿਆਂ ਦੇ ਸਹਿਯੋਗ ਨਾਲ ਜਦੋਂ ਉਹ ਟਰੱਕਾਂ ਦੇ ਵਿੱਚੋਂ ਦੇਖਿਆ ਜਾਂਦਾ ਵੀ ਉਹਨਾਂ ਦੇ ਵਿੱਚ ਕੀ ਆ, ਤਾਂ ਉਹਦੇ ਵਿੱਚੋਂ ਪਵਿੱਤਰ ਕੁਰਾਨ, ਹਨੂਮਾਨ ਚਾਲੀਸਾ, ਭਗਵਤ ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਾਵਨ ਅੰਗ ਸੀਗੇ ਉਹ ਪ੍ਰਾਪਤ ਹੋਏ ਸੀਗੇ। ਸੋ ਉਦੋਂ ਉਹ ਜਿਹੜਾ ਸਾਰਾ ਸਾਹਿਤ ਸੀਗਾ ਉਹਨੂੰ ਅਦਬ ਸਤਿਕਾਰ ਦੇ ਨਾਲ ਲਾਇਬ੍ਰੇਰੀ ਦੇ ਵਿੱਚ ਰਖਵਾਇਆ ਗਿਆ ਸੀਗਾ ਸਾਡੇ ਵੱਲੋਂ। ਟਰੱਕ ਉਹ ਵੇਚ ਦਿੱਤਾ ਗਿਆ। ਦੂਜਾ ਟਰੱਕ ਲੰਘ ਚੁੱਕਿਆ ਗਾ, ਉਹਦਾ ਅੱਜ ਤੱਕ ਕੋਈ ਪਤਾ ਨਹੀਂ ਤੇ ਨਾ ਹੀ ਇਹ ਪਤਾ ਵੀ ਜਿਹੜਾ ਪਹਿਲਾ ਟਰੱਕ ਸੀਗਾ ਇਹਦੇ ਵਿੱਚੋਂ ਕਿੰਨਾ ਸਾਹਿਤ ਆਪਣਾ ਮਤਲਬ ਸਾਂਭਿਆ ਗਿਆ ਜਾਂ ਉਹਦੀ ਕੀ ਸੰਭਾਲ ਹੋਈ ਆ ਤੇ ਕਿੰਨਾ ਸਾਹਿਤ ਚਲਾ ਗਿਆ ਸਾਡਾ, ਉਹਦਾ ਅੱਜ ਤੱਕ ਕੋਈ ਰਿਕਾਰਡ ਨਹੀਂ ਹੈਗਾ ਜੀ। ਗੱਲ 2015 ਦੀ ਹੈ। 2015 ਤੋਂ ਲਗਾਤਾਰ ਇਹ ਕੁਛ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੋ ਰਿਹਾ ਹੈ। ਤਾਂ ਜਿਹੜਾ ਪਹਿਲਾ ਟਰੱਕ ਵੇਚਿਆ ਗਿਆ ਉਹ ਕਿਉਂ ਵੇਚਿਆ ਗਿਆ, ਕਿੱਥੇ ਵੇਚਿਆ ਗਿਆ, ਕਿਸ ਨੂੰ ਵੇਚਿਆ, ਕਿਸ ਦੇ ਕਹਿਣ ਦੇ ਵਿੱਚ ਵੇਚਿਆ ਗਿਆ? ਉਹਦੀ ਅੱਜ ਤੱਕ ਕੋਈ ਜਾਂਚ ਨਹੀਂ। ਅਸੀਂ ਇੱਕ ਡਾਕੂਮੈਂਟ ਯੂਨੀਵਰਸਿਟੀ ਦੀ ਕਰਪਸ਼ਨ ਪ੍ਰਤੀ ਜਿਹੜਾ ਬਣਾਇਆ ਹੋਇਆ, ਤੁਸੀਂ ਆ ਦੇਖੋਗੇ ਉਹਦੇ ਵਿੱਚ 9 ਨੰਬਰ ਪੁਆਇੰਟ ਦੇ ਉੱਤੇ ਦੇਖੋ ਤੁਸੀਂ, ਆਪਾਂ ਸਾਰਾ ਉਹਦਾ ਵੇਰਵਾ ਪਾਇਆ ਹੈ ਵੀ ਕੀ ਕੀ ਇਹਦੇ ਵਿੱਚੋਂ ਗੁੰਮ ਸੀ। ਹਨੂਮਾਨ ਚਾਲੀਸਾ, ਭਗਵਤ ਗੀਤਾ, 9 ਨੰਬਰ ਜਿਹੜਾ ਪੁਆਇੰਟ ਆ ਇਹਦੀ ਅਸੀਂ ਪਿਛਲੇ ਲੰਮੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਹਾਂ ਵੀ ਸਾਨੂੰ ਯੂਨੀਵਰਸਿਟੀ ਦੱਸੇ ਵੀ ਉਹ ਕਿਹਦੇ ਕਹਿਣ ਤੇ ਵੇਚਿਆ ਗਿਆ ਤੇ ਕਿੱਥੇ ਵੇਚਿਆ ਗਿਆ ਤੇ ਉਹ ਕਿਉਂ ਵੇਚਿਆ ਗਿਆ ਤੇ ਉਹਦੇ ਵਿੱਚੋਂ ਕਿੰਨਾ ਵੇਚਿਆ ਗਿਆ। ਸੋ ਯੂਨੀਵਰਸਿਟੀ ਨੇ ਅੱਜ ਤੱਕ ਉਹਦੇ ਤੇ ਕੋਈ ਨਹੀਂ, ਤੇ ਆ ਇੱਕ ਨਵੀਂ ਘਟਨਾ ਸਾਹਮਣੇ ਆ ਗਈ। ਨਵੀਂ ਘਟਨਾ ਹੈ ਜਿਵੇਂ ਜਿਹਦੇ ਵਿੱਚ ਧਾਰਮਿਕ ਕਿਤਾਬਾਂ, ਧਾਰਮਿਕ ਗ੍ਰੰਥ, ਪੁਰਾਤਨ ਇਤਿਹਾਸਕ ਜਿਹੜੇ ਸਰੋਤ ਨੇ ਉਹਨਾਂ ਨੂੰ ਇਦਾਂ ਹੀ ਜ਼ਮੀਨਾਂ ਦੇ ਉੱਤੇ ਸਟਾਇਆ ਰਿਹਾ, ਪਾੜਿਆ ਪੂੜਿਆ ਗਿਆ ਆ, ਸਾਂਭਿਆ ਨਹੀਂ ਜਾ ਰਿਹਾ। ਇਹ ਕਿੰਨੇ ਕੁ ਦਿਨ ਪੁਰਾਣੀ ਘਟਨਾ ਤੇ ਕਦੋਂ ਤੋਂ ਵਿਦਿਆਰਥੀਆਂ ਦੇ ਧਿਆਨ ਹਿੱਤ ਹੈ? ਸਾਡੇ ਜਿਹੜੀ ਇਹ ਘਟਨਾ ਕੀ 2 ਹਫ਼ਤੇ ਪਹਿਲਾਂ ਧਿਆਨ ਦੇ ਵਿੱਚ ਆਉਂਦੀ ਆ। ਇਹ ਘਟਨਾ ਪਿਛਲੇ ਮਹੀਨੇ ਦੀ ਹੈਗੀ ਤੇ ਜਦੋਂ ਸਾਡੇ ਧਿਆਨ ਦੇ ਵਿੱਚ ਆਉਂਦੀ ਆ ਅਸੀਂ ਇਹ ਘਟਨਾ ਨੂੰ ਉਹਦੀ ਇਹਦਾ ਪ੍ਰੋਪਰ ਇਹਦੀ ਚਿੱਠੀ ਲਿਖ ਕੇ ਬਾਈ ਚਾਂਸਲਰ ਸਾਹਿਬ ਨੂੰ ਦਿੰਦੇ ਆ 2 ਹਫ਼ਤੇ ਪਹਿਲਾਂ। ਸੋ ਉਹਦੇ ਉੱਤੇ ਨਾਲ ਅਸੀਂ ਸਾਰੇ ਡਾਕੂਮੈਂਟ ਦਿੰਦੇ ਆ ਵੀ ਦਸਤਾਵੇਜ਼ ਵੀ ਇਹਦੇ ਸੰਬੰਧੀ ਜਿਹੜਾ ਇਹ ਕਿਵੇਂ ਹੋਇਆ, ਸਟਾਕ ਵੈਰੀਫਿਕੇਸ਼ਨ ਜਿਹੜੀ ਕਮੇਟੀ ਬਣਾਈ ਸੀ ਬਾਈ ਚਾਂਸਲਰ ਸਾਹਿਬ ਵੱਲੋਂ ਵੀ ਉਹਦੇ ਵੱਲੋਂ ਇਹ ਕਿਵੇਂ ਦੁਰਦੋਸ਼ਾਹਿਦੀ ਕੀਤੀ ਗਈ ਤੇ ਕਮੇਟੀ ਦੇ ਵਿੱਚ ਉਹ ਬੰਦੇ ਸ਼ਾਮਲ ਸੀਗੇ ਜਿਹੜੇ ਹੁਣ ਤੱਕ ਸਿੱਖ ਵਿਰੋਧੀ ਤੇ ਪੰਥ ਵਿਰੋਧੀ ਤੇ ਧਰਮ ਵਿਰੋਧੀ ਵਿਚਾਰਧਾਰਾ ਦੀ ਰਹੇ ਨੇ, ਚਾਹੇ ਉਹ ਕੋਈ ਵੀ ਧਰਮ ਹੋਵੇ, ਹਰੇਕ ਧਰਮ ਦੇ ਉਹ ਵਿਰੋਧੀ ਵਿਚਾਰਧਾਰਾ ਦੇ ਰਹੇ ਨੇਗੇ। ਤੇ ਉਸ ਤੋਂ ਬਾਅਦ ਜਦੋਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਾਡੇ ਨਾਲ ਉਸ 'ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਪਿਛਲੇ ਹਫ਼ਤੇ ਸੋਮਵਾਰ ਤੋਂ ਸਾਡੇ ਵੱਲੋਂ ਇੱਥੇ ਪੱਕਾ ਮੋਰਚਾ ਲਾ ਦਿੱਤਾ ਗਿਆ ਗਾ ਇਸ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ। ਪਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅੱਜ ਤੱਕ ਸਾਡੇ ਨਾਲ ਕੋਈ ਵੀ ਇਸ 'ਤੇ ਮੀਟਿੰਗ ਨਹੀਂ ਕੀਤੀ। ਕਿਵੇਂ ਦਾ ਜਦੋਂ ਤੁਸੀਂ ਵੀਸੀ ਸਾਹਿਬ ਨੂੰ ਮਿਲਦੇ ਹੋ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮਿਲਦੇ ਹੋ, ਉਹਨਾਂ ਦਾ ਰਵੱਈਆ ਕਿਵੇਂ ਦਾ, ਉਹ ਕਿੰਨੇ ਕੁ ਤੁਹਾਨੂੰ ਸਤਰਕ ਨਜ਼ਰ ਆਉਂਦੇ ਨੇ ਇਸ ਮਾਮਲੇ ਨੂੰ ਲੈ ਕੇ? ਉਹ ਇਸ ਮਸਲੇ ਪ੍ਰਤੀ ਕੋਈ ਸਤਰਕ ਨਹੀਂ ਹੈਗੇ। ਦੂਸਰਾ ਇਹ ਆ ਵੀ ਉਹਨਾਂ ਨੇ ਸਾਨੂੰ ਤੇ ਸਾਡੇ ਬੰਦਿਆਂ ਨੂੰ ਡਰਾਉਣ ਧਮਕਾਉਣ ਦੀ ਕੋਈ ਕਸਰ ਨਹੀਂ ਛੱਡੀ ਹੈਗੀ। ਬਸ ਇੱਕ ਮਤਲਬ ਇਹ ਆ ਵੀ ਸਾਨੂੰ ਜਾਨੋਂ ਨਹੀਂ ਮਾਰਿਆ ਅੱਜ ਤੱਕ, ਤੇ ਦੂਜੀ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਹੈਗੀ ਸਾਨੂੰ ਡਰਾਉਣ ਧਮਕਾਉਣ ਦੀ। ਸਾਡੇ ਮਤਲਬ ਨਾਲ ਦੇ ਵਿਦਿਆਰਥੀਆਂ ਦੇ ਡਿਪਾਰਟਮੈਂਟਾਂ 'ਚ ਫੋਨ ਕਰ, ਉਹਨਾਂ ਦੇ ਨਜ਼ਦੀਕੀਆਂ ਰਾਹੀਂ ਉਹਨਾਂ ਨੂੰ ਧਮਕੀਆਂ, ਮਤਲਬ ਥ੍ਰੈਟ, ਬੜਾ ਕੁਝ ਚੱਲ ਰਿਹਾ ਹੈਗਾ। ਪਰ ਅਸੀਂ ਬੈਠੇ ਹਾਂ ਆਪਸੀ ਆਪਦੇ ਗੁਰੂ ਲਈ, ਆਪਦੇ ਸਾਹਿਤ ਲਈ, ਆਪਦੇ ਵਿਰਸੇ ਲਈ ਤੇ ਆਪਦੇ ਅਕੀਦੇ ਲਈ, ਤੇ ਅਸੀਂ ਅਰਦਾਸ ਕਰਕੇ ਬੈਠੇ ਹਾਂ ਵੀ ਜਿੰਨਾ ਚਿਰ ਇਹਦਾ ਇਨਸਾਫ ਨਹੀਂ ਮਿਲਦਾ ਅਸੀਂ ਉਹਨਾਂ 'ਚ ਡਟੇ ਰਹਾਂਗੇ। ਸਿੱਖ ਚਿੰਤਕ ਨੇ ਅਕਸਰ ਉਹ ਇਸ ਗੱਲ ਨੂੰ ਕਹਿੰਦੇ ਨੇ ਕਿ ਸਾਡਾ ਜਿਹੜਾ ਇਤਿਹਾਸ ਹੈ ਉਹਦੇ ਨਾਲ ਛੇੜਛਾੜ ਕਰਨ ਤੋਂ ਪਹਿਲਾਂ ਜਿਹੜਾ ਅਸਲ ਇਤਿਹਾਸਕ ਗ੍ਰੰਥ ਨੇ, ਕਿਤਾਬਾਂ ਨੇ, ਉਹਨਾਂ ਨੂੰ ਖਤਮ ਕੀਤਾ ਜਾਵੇਗਾ, ਖਤਮ ਕੀਤਾ ਜਾ ਰਿਹਾ ਹੈ। ਤਾਂ ਇਹ ਉਸੇ ਲੜੀ ਦਾ ਹਿੱਸਾ ਮੰਨਦੇ ਹੋ ਕਿ ਜਿਹੜੀਆਂ ਪੁਰਾਣੀਆਂ ਧਾਰਮਿਕ ਕਿਤਾਬਾਂ ਜਾਂ ਗ੍ਰੰਥ ਜਿਨ੍ਹਾਂ ਦੇ ਵਿੱਚ ਵਡਮੁੱਲੀ ਇਤਿਹਾਸ ਦੀ ਜਾਣਕਾਰੀ, ਇਤਿਹਾਸਕ ਸਰੋਤ ਨੇ ਜਿਹੜੀਆਂ ਕਿਤਾਬਾਂ, ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਇਸੇ ਲੜੀ ਦੇ ਤਹਿਤ, ਤਾਂ ਜੋ ਕੱਲ੍ਹ ਨੂੰ ਜਾ ਕੇ ਛੇੜਛਾੜ ਹੈ ਜਿਹੜੀ ਉਹ ਕੀਤੀ ਜਾ ਸਕੇ? ਛੇੜਛਾੜ ਤਾਂ ਇੱਕ ਹੱਦ ਤੇ ਰਹਿ ਜਾਂਦਾ। ਜਦੋਂ ਛੇੜਛਾੜ ਤਾਂ ਇਹ ਹੁੰਦੀ ਹੈ ਵੀ ਤੁਸੀਂ ਉਹਦੇ ਵਿੱਚ ਰਲਾ ਪੈਦਾ ਕਰਨਾ, ਪਰ ਜਦੋਂ ਤੁਸੀਂ ਉਹਨੂੰ ਖਤਮ ਹੀ ਕਰ ਦੇਣਾਗਾ, ਨਸ਼ਟ ਹੀ ਕਰ ਦੇਣਾ, ਛੇੜਛਾੜ ਦਾ ਤਾਂ ਉੱਥੇ ਮਸਲਾ ਹੀ ਨਹੀਂ ਰਹਿੰਦਾ ਹੈਗਾ। ਕਿਉਂਕਿ ਆ ਪਿੱਛੇ ਇੱਕ ਫੋਟੋ ਤੁਸੀਂ ਦੇਖੋਗੇ, ਤੁਹਾਨੂੰ ਦੇ ਦਾਂਗੇ, ਉਹਦੇ ਉੱਪਰ ਲਿਖਿਆ ਹੋਇਆ ਮੋਹਨ ਸਿੰਘ ਬੈਦ, ਮਤਲਬ ਮੋਹਨ ਸਿੰਘ ਬੈਦ ਜਗਜੀਤ ਸਿੰਘ ਦੇ ਫਾਦਰ ਨੇ ਜਿਨ੍ਹਾਂ ਨੇ ਸਿੱਖ ਇਨਕਲਾਬ ਲਿਖੀ ਸੀ ਕਿਤਾਬ। ਸੋ ਦੇਖੋ ਵੀ ਮੋਹਨ ਸਿੰਘ ਬੈਦ ਵਰਗੇ ਉਹ ਕਿਤਾਬਾਂ ਲੈ ਕੇ ਆਏ ਇੱਥੇ, ਤੇ ਉਹਨਾਂ ਦੀਆਂ ਰੇਅਰ ਕਲੈਕਸ਼ਨ ਜਿਹੜੀਆਂ ਉਹਨਾਂ ਦੀਆਂ ਆਪਦੀਆਂ ਲਾਇਬ੍ਰੇਰੀਆਂ ਨੇ, ਗੰਡਾ ਸਿੰਘ ਦੀਆਂ ਆਪਦੀਆਂ ਲਾਇਬ੍ਰੇਰੀਆਂ, ਸ਼ਾਇਦ ਆਈ ਥਿੰਕ ਮਤਲਬ ਇੱਥੇ ਰਿਕਾਰਡ ਪਿਆ 5600 ਕਿਤਾਬ ਗੰਡਾ ਸਿੰਘ ਦੀ ਆ ਤੇ ਮੋਹਨ ਸਿੰਘ ਬੈਦ ਦੀ ਆ। ਹੁਣ ਇਹ ਵੀ ਨਹੀਂ ਪਤਾ ਵੀ ਉੱਥੇ ਉਹਨਾਂ ਦੀਆਂ ਰਹੀਆਂ ਕਿਤਾਬਾਂ ਕਿੰਨੀਆਂ ਨੇ। ਸੋ ਅਸੀਂ ਚਾਹੁੰਦੇ ਹਾਂ ਵੀ ਉਹਦੀ ਸਾਰੇ ਦੀ ਕ੍ਰਾਸ ਚੈਕਿੰਗ ਹੋਣੀ ਚਾਹੀਦੀ ਆ, ਤਾਂ ਪਤਾ ਲੱਗੇ ਵੀ ਉੱਥੋਂ ਕਿੰਨੇ ਡਾਕੂਮੈਂਟ ਖਤਮ ਕਰ ਦਿੱਤੇ ਗਏ ਨੇ ਤੇ ਉੱਥੋਂ ਜਾਂ ਉਹਨਾਂ ਨੂੰ ਡਿਸਟਰੋਏ ਕਰ ਦਿੱਤਾ ਗਿਆ। ਕਿਉਂਕਿ ਤੁਸੀਂ ਆ ਉੱਪਰ ਦੇਖੋਗੇ ਇੱਕ ਫੋਟੋ ਲੱਗੀ ਆ ਉੱਪਰ, ਉਹ ਜਿਹੜੀ ਉੱਪਰ ਆ ਗਈ, ਇਹ ਅਸੀਂ ਇਸਲਾਮ ਦੀ ਅਸੀਂ ਮਤਲਬ ਇਹ ਕੋਈ ਕਿਤਾਬ ਆ ਗਈ, ਇਹਦਾ ਨਾਮ ਹੈ ਕੀ ਸੀ ਆਪਣਾ, ਕਰਜ਼ਬਾਏ ਜੰਗ।
ਕਰਜ਼ਬਾਏ ਜੰਗ ਇਹਦਾ ਨਾਮ ਆ ਕਿਤਾਬ ਦਾ। ਅਸੀਂ ਬਹੁਤ ਯੂਨੀਵਰਸਿਟੀਆਂ ਦੇ ਵਿੱਚੋਂ ਇਸਲਾਮ ਨਾਲ ਸੰਬੰਧਿਤ ਯਾਨੀ ਕਿ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਉਹ ਉੱਥੋਂ ਵੀ ਨਹੀਂ ਮਿਲੀ ਹੈਗੀ। ਇਹ ਹੋ ਸਕਦਾ ਵੀ ਮੋਹਨ ਸਿੰਘ ਬੈਦ ਹੋਰੀ ਜਾਂ ਗੰਡਾ ਸਿੰਘ ਹੋਰੀ ਕਿੱਥੋਂ ਇਹ ਕਿਤਾਬਾਂ ਲੱਭ ਕੇ ਲਿਆਏ। ਇਹਦੇ ਵਿੱਚ ਸਾਡੇ ਪੰਜਾਬ ਦਾ, ਸਾਡੇ ਦੇਸ਼ ਦਾ, ਮਤਲਬ ਸਾਡੇ ਇੱਥੋਂ ਦੇ ਵਿਰਸੇ ਦਾ ਕੀ ਕੁਝ ਹੋ ਸਕਦਾ ਗਾ। ਸੋ ਉਹੋ ਜਿਹੀਆਂ ਜਦੋਂ ਕਿਤਾਬਾਂ ਨੂੰ ਤੁਸੀਂ ਨਸ਼ਟ ਕਰਨ ਵੱਲ ਤੁਰ ਪਓਗੇ ਤਾਂ ਫਿਰ ਇੱਥੋਂ ਅਸੀਂ ਕੀ ਆਸ ਕਰ ਸਕਦੇ ਹਾਂ। ਕਿਤਾਬਾਂ ਦੇ ਜਿਹੜੇ ਨਵੇਂ ਐਡੀਸ਼ਨ ਨੇ ਛਾਪੇ ਜਾ ਰਹੇ ਨੇ ਯੂਨੀਵਰਸਿਟੀ ਦੇ ਵੱਲੋਂ, ਜਾਂ ਜਿਵੇਂ ਤੁਸੀਂ ਕਿਹਾ ਕਿ ਨਹੀਂ ਮਿਲ ਰਹੇ? ਨਹੀਂ, ਇਹ ਤਾਂ ਉਹ ਕਿਤਾਬਾਂ ਨੇ ਜਿਹੜੀਆਂ ਪੁਰਾਤਨ ਨੇ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲਿਖੀਆਂ ਗਈਆਂ, ਜਿਹੜੀਆਂ ਹੱਥ ਲਿਖਤਾਂ ਨੇ, ਦੁਰਲੱਭ ਖਰੜੇ ਨੇ, ਜਾਂ ਉਦੋਂ ਦੇ ਜਿਹੜੇ ਗ੍ਰੰਥ ਨੇਗੇ, ਜਿਹੜੇ ਉਹਨਾਂ ਬੰਦਿਆਂ ਵੱਲੋਂ ਮਤਲਬ ਜਿਹੜੇ ਅੱਜ ਸਾਡੇ ਮਤਲਬ ਗ੍ਰੰਥ ਨੇ, ਜਿਹੜੇ ਹੁਣ ਮਤਲਬ ਪਵਿੱਤਰ ਜਿਹੜੇ ਹਨਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਜਿਹੜੇ ਆਪਣੇ ਮਤਲਬ, ਸੋ ਜਿਹੜੇ ਉਦੋਂ ਦੀਆਂ ਹੱਥ ਲਿਖਤਾਂ ਸੀਗੀਆਂ ਉਹ ਇੱਥੇ ਲਾਇਬ੍ਰੇਰੀ ਦੇ ਵਿੱਚ ਉਹਨਾਂ ਬੰਦਿਆਂ ਕੋਲੇ ਉਦੋਂ ਦਿਆਂ ਤੋਂ ਅਵੇਲੇਬਲ ਕਰਾਈਆਂ ਗਈਆਂ ਸੀ, ਜਾਂ ਉਹਨਾਂ ਦੇ ਪਰਿਵਾਰਾਂ ਵੱਲੋਂ ਕਰਵਾਈਆਂ ਗਈਆਂ ਸੀਗੀਆਂ। ਸੋ ਉਹਦੀ ਇੱਥੇ ਕੋਈ ਸਾਂਭ ਸੰਭਾਲ ਨਹੀਂ, ਤੇ ਸਾਂਭ ਸੰਭਾਲ ਤਾਂ ਦੂਰ ਦੀ ਗੱਲ ਹੈਗੀ, ਇੱਥੋਂ ਦਾ ਮਤਲਬ ਨਸ਼ਟ ਕੀਤਾ ਜਾ ਰਿਹਾ ਹੈਗਾ, ਕਿਉਂਕਿ ਉਹ ਉਸੇ ਕੜੀ ਦੇ ਤਹਿਤ ਹੈਗਾ ਵੀ ਇਹਨਾਂ ਦੇ ਇਤਿਹਾਸ ਨੂੰ ਤੇ ਕਾਰਨ ਕੀ ਮੰਨਦੇ ਨੇ ਕਿ ਇਸ ਦੇ ਪਿੱਛੇ ਕੌਣ ਹੈ ਜੋ ਇਹਨਾਂ ਨੂੰ ਨਸ਼ਟ ਕਰਵਾ ਰਿਹਾ? ਅਸੀਂ ਵੀ ਉਹੀ ਚਾਹੁੰਦੇ ਵੀ ਉਹ ਤਾਕਤਾਂ ਨੂੰ ਸਾਹਮਣੇ ਲਿਆਂਦਾ ਜਾਵੇ, ਜਿਹੜੀਆਂ ਉੱਥੋਂ ਤਾਕਤਾਂ ਨੇ, ਕਿਉਂਕਿ ਬਾਈ ਚਾਂਸ ਸਾਹਿਬ ਇੱਥੋਂ ਦੇ ਮੰਨਣ ਨੂੰ ਤਿਆਰ ਨਹੀਂ ਵੀ ਇਦਾਂ ਦਾ ਕੁਝ ਨਹੀਂ ਹੋਇਆ। ਜੇ ਇਦਾਂ ਦਾ ਕੁਝ ਨਹੀਂ ਹੋਇਆ ਤਾਂ ਉਹ ਅਜੇ ਤੱਕ ਸਪਸ਼ਟੀਕਰਨ ਦਿੰਦੇ। ਐਜੀਪੀਸੀ ਵੀ ਇੱਥੇ ਦੋਹਰੇ ਮਾਪਦੰਡ ਅਪਣਾ ਰਹੀ ਹੈਗੀ, ਜਿਹੜੀ ਸਾਡੀ ਸਰਮੌਰ ਸੰਸਥਾ ਹੈਗੀ। ਅਸੀਂ ਮੋਰਚੇ ਦੇ ਦੂਜੇ ਦਿਨ ਉਹਨਾਂ ਨੂੰ ਚਿੱਠੀ ਲਿਖੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਪ੍ਰਧਾਨ ਜੀ ਨੂੰ। ਪ੍ਰਧਾਨ ਜੀ ਵੱਲੋਂ ਗਠਿਤ ਕਮੇਟੀ ਇੱਕ ਯੂਨੀਵਰਸਿਟੀ ਦੇ ਵਿੱਚ ਆਉਂਦੀ ਆ, ਐਸੇ ਹੀ ਸਥਾਨ ਦੇ ਉੱਤੇ ਬੈਠ ਕੇ ਉਹ ਸਾਡੇ ਨਾਲ ਗੁਰਮਤਾ ਕਰਕੇ ਮਤਲਬ ਜਾਂਦੇ ਨੇ, ਤੇ ਬਾਈ ਚਾਂਸ ਸਾਹਿਬ ਨਾਲ ਉੱਥੇ ਜਾ ਕੇ ਲਾਇਬ੍ਰੇਰੀ ਦਾ ਦੌਰਾ ਕਰਦੇ ਨੇ। ਤੇ ਉਸ ਤੋਂ ਬਾਅਦ ਉਹ ਸਾਡੇ ਕੋਲੇ ਮੰਨਦੇ ਨੇ ਵੀ ਹਾਂ ਯੂਨੀਵਰਸਿਟੀ ਪ੍ਰਸ਼ਾਸਨ ਤੇ ਉਹ ਸਟਾਕ ਵੈਰੀਫਿਕੇਸ਼ਨ ਕਮੇਟੀ ਦੇ ਅਧਿਕਾਰੀ ਮੰਨ ਰਹੇ ਨੇ ਵੀ ਬੇਅਦਬੀ ਹੋਈ ਆ। ਪਰ ਦੂਜੇ ਪਾਸੇ ਉਹ ਜਦੋਂ ਯੂਨੀਵਰਸਿਟੀ ਪ੍ਰਸ਼ਾਸਨ ਨਾਲ ਮਿਲ ਜਾਂਦੇ ਨੇ, ਪਤਾ ਨਹੀਂ ਉਹਨਾਂ ਦੇ ਕੀ ਮਜਬੂਰੀਆਂ ਹੋ ਜਾਂਦੀਆਂ ਨੇ ਜਾਂ ਕੀ ਲਾਲਚ ਹੋ ਜਾਂਦੇ ਨੇ, ਜਿਹੜਾ ਉਹਨਾਂ ਦਾ ਝੁਕਾਅ ਹੈਗਾ ਉਹ ਯੂਨੀਵਰਸਿਟੀ ਪ੍ਰਸ਼ਾਸਨ ਵੱਲ ਹੋ ਜਾਂਦਾ। ਇੱਕ ਪਾਸੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਕਹਿਣ ਦੇ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਛਚਾਤਾਪ ਦੇ ਪਾਠ ਕਰਵਾਏ ਜਾਂਦੇ ਨੇ। ਅੱਜ ਤੁਸੀਂ ਦੇਖਿਆ ਉਹ ਅਖਬਾਰ ਦੇ ਵਿੱਚ ਵੀ, ਟ੍ਰਿਬਿਊਨ ਦੇ ਵਿੱਚ ਬਿਆਨ ਲੱਗਿਆ ਆਪਣੇ ਕਰਨੈਲ ਸਿੰਘ ਕਰਤਾਰਪੁਰੀ ਜੀ ਦਾ। ਉਹਨਾਂ ਨੇ ਕਿਹਾ ਵੀ ਯੂਨੀਵਰਸਿਟੀ ਦੇ ਵਿੱਚ ਜਿਹੜਾ ਇਹ ਮਸਲਾ ਸੀ, ਇਹ ਅਖੰਡ ਪਾਠ ਸਾਹਿਬ ਦਾ ਪਛਚਾਤਾਪ ਕਰਵਾ ਦਿੱਤਾ ਗਿਆ। ਪਰ ਉਸੇ ਦਿਨ ਹੀ 25 ਦੀ ਸ਼ਾਮ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਿਹਾ ਜਾਂਦਾ ਹੈਗਾ ਪ੍ਰੈਸ ਨੋਟ ਜਾਰੀ ਕਰਕੇ ਵੀ ਯੂਨੀਵਰਸਿਟੀ ਦੇ ਵਿੱਚ ਕੋਈ ਬੇਅਦਬੀ ਨਹੀਂ ਹੋਈ। ਇਹ ਦੋਹਰੇ ਮਾਪਦੰਡ ਕਿਉਂ ਤੇ ਗੱਲਾਂ ਨੂੰ ਰਫੂ ਦਫੂ ਕਿਉਂ ਕੀਤਾ ਜਾ ਰਿਹਾ, ਮਸਲੇ ਨੂੰ ਕਿਉਂ ਦਬਾਇਆ ਜਾ ਰਿਹਾ? ਇਹਦੇ ਸੰਪਰਕ ਕੀਤਾ ਐਜੀਪੀਸੀ ਦੇ ਨਾਲ ਕਿ ਨਹੀਂ ਜੋ ਤੁਸੀਂ ਕਰਕੇ ਗਏ ਹੋ ਸਹੀ ਨਹੀਂ ਹੋਇਆ, ਜਾਂ ਮਾਮਲਾ ਹਜੇ ਤੱਕ ਬਰਕਰਾਰ ਆ? ਉਹਨਾਂ ਨੇ ਕਿਹਾ ਸੀ ਵੀ ਅਸੀਂ ਰਿਪੋਰਟ ਜਨਤਕ ਕਰਾਂਗੇ ਤੇ ਪ੍ਰਧਾਨ ਸਾਹਿਬ ਨੂੰ ਸੌਂਪਾਂਗੇ, ਪਰ ਅੱਜ ਤੱਕ ਉਹਨਾਂ ਨੇ ਮਤਲਬ ਜਿਹੜੀ ਅਫੀਸ਼ੀਅਲੀ ਕੋਈ ਆਪਦੀ ਸਟੇਟਮੈਂਟ ਨਹੀਂ ਦਿੱਤੀ ਹੈਗੀ, ਨਾ ਉਹ ਰਿਪੋਰਟ ਜਨਤਕ ਕੀਤੀ ਹੈ। ਅਸੀਂ ਕਿਹਾ ਵੀ ਤੁਸੀਂ ਉਹ ਰਿਪੋਰਟ ਜਨਤਕ ਕਰੋ। ਉਸ ਦਿਨ ਤਾਂ ਉਹ ਇੱਥੋਂ ਤੱਕ ਵੀ ਮੰਨ ਕੇ ਗਏ ਨੇ ਸਾਡੇ ਕੋਲ ਵੀ ਜਿਹੜਾ ਉਹ ਸਟਾਕ ਵੈਰੀਫਿਕੇਸ਼ਨ ਕਮੇਟੀ ਦਾ ਮੁਖੀ ਸੀਗਾ, ਉਹਨੇ ਮਹਾਰਾਜ ਦੇ ਸਰੂਪਾਂ ਵਾਲੇ ਕਮਰੇ ਦੀ ਚਾਬੀ ਦੀ ਵੀ ਮੰਗ ਕੀਤੀ। ਜਿਹੜਾ ਬੰਦਾ ਪੰਥ ਵਿਰੋਧੀ ਆ ਤੇ ਹਮੇਸ਼ਾ ਸਿੱਖ ਵਿਚਾਰਧਾਰਾ ਤੇ ਹੋਰ ਸਾਰੀਆਂ ਮਤਲਬ ਧਰਮ ਦੀਆਂ ਵਿਚਾਰਧਾਰਾਂ ਦੇ ਵਿਰੁੱਧ ਰਿਹਾ, ਉਹ ਬੰਦਾ ਮਹਾਰਾਜ ਦੇ ਸਰੂਪਾਂ ਵਾਲੇ ਕਮਰੇ ਦੀ ਚਾਬੀ, ਉੱਥੋਂ ਜਿਹੜੀਆਂ ਪੋਥੀਆਂ ਨੇ ਉਹਨਾਂ ਦੀ ਚਾਬੀ ਮੰਗ ਰਿਹਾ। ਯੂਨੀਵਰਸਿਟੀ ਅਗਲੇ ਦਿਨ ਪ੍ਰੈਸ ਨੋਟ ਦੇ ਵਿੱਚ ਜਿੱਥੇ ਕਹਿ ਰਹੀ ਹੈ ਕੋਈ ਬੇਅਦਬੀ ਨਹੀਂ ਹੋਈ, ਉਹ ਫੋਟੋ ਪਾ ਰਹੀ ਹੈਗੀ ਜਿਹੜੀ ਨਾਲ ਆਪਣਾ ਕੋਈ ਹਜੇ ਤੱਕ ਸੰਬੰਧ ਨਹੀਂ ਜੁੜਿਆ ਹੈਗਾ। ਜਿੱਥੇ ਦੀਆਂ ਇਹ ਫੋਟੋਆਂ ਨੇ ਉਹ ਤਾਂ ਫੋਟੋ ਹੀ ਨਹੀਂ ਪਾ ਰਹੇ। ਦੂਜੀ ਗੱਲ ਤੁਸੀਂ ਦੇਖੋ ਵੀ ਨਾਲੇ ਚੋਰ ਨਾਲੇ ਚਤਰਾਈ, ਫੋਟੋ ਜਿਹੜੀ ਪਾਈ ਜਾਂਦੀ ਹੈ ਯੂਨੀਵਰਸਿਟੀ ਵੱਲੋਂ ਵੀ ਕੋਈ ਬੇਅਦਬੀ ਨਹੀਂ ਹੋਈ, ਉਹਦੇ ਥੱਲੋਂ ਕਮੈਂਟਾਂ ਨੂੰ ਬੰਦ ਕੀਤਾ ਜਾਂਦਾ ਗਾ। ਅੱਜ ਤੱਕ ਯੂਨੀਵਰਸਿਟੀ ਦੇ ਕਿਸੇ ਦਬਾਉਣ ਦੀ ਕੋਸ਼ਿਸ਼, ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼, ਤੇ ਜਿਹੜੇ ਮਤਲਬ ਵਿਦਿਆਰਥੀ ਸੱਚਾ ਇਹ ਜਿਹੜੀਆਂ ਤਸਵੀਰਾਂ ਨੇ ਇਹ ਕਿਸੇ ਹੋਰ ਪਾਸੇ ਦੀਆਂ ਨੇ, ਯੂਨੀਵਰਸਿਟੀ ਦੇ ਕਿਸੇ ਹੋਰ ਕੋਨੇ ਦੀਆਂ, ਕਿਸੇ ਹੋਰ ਪਾਸੇ ਦੀਆਂ ਨੇ, ਤਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਗਈਆਂ ਜਨਤਕ ਕੀਤੀਆਂ ਗਈਆਂ ਪ੍ਰੈਸ ਕਾਨਫਰੰਸ ਉਹ ਕੋਈ ਹੋਰ ਨੇ, ਤਾਂ ਇਹ ਕਿੱਥੇ ਦੀਆਂ ਫੋਟੋਆਂ ਨੇ? ਯੂਨੀਵਰਸਿਟੀ ਦਾ ਕਿਹੜਾ ਪਾਸਾ? ਇਹ ਰੇਅਰ ਕਲੈਕਸ਼ਨ ਦੇ ਵਿੱਚ ਹੀ ਨੇ, ਤੇ ਉਹ ਤਾਂ ਅਲੱਗ ਕਮਰੇ ਦੀ ਫੋਟੋ ਨੇ। ਫਿਰ ਤੁਹਾਨੂੰ ਵੀ ਪਤਾ ਵੀ ਨਾਲੇ ਚੋਰ ਨਾਲੇ ਚਤਰਾਈ, ਫਿਰ ਕਮੈਂਟ ਬੰਦ ਕਰਨ ਦਾ ਮਤਲਬ ਕੀ? ਅੱਜ ਤੱਕ ਕਿਸੇ ਪੋਸਟ ਦੇ ਕਮੈਂਟ ਨਹੀਂ ਬੰਦ ਕੀਤੇ ਗਏ। ਪਹਿਲੀ ਵਾਰੀ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਹੋਇਆ ਵੀ ਕਿਸੇ ਪ੍ਰੈਸ ਨੋਟ ਨੂੰ ਜਾਰੀ ਕਰਕੇ ਥੱਲੇ ਕਮੈਂਟ ਬੰਦ ਕੀਤੇ ਗਏ ਹੋਣ। ਇਹਨਾਂ ਦੇ ਵਿੱਚੋਂ ਜਾਂ ਇਤਿਹਾਸ ਕਿਤਾਬਾਂ ਨੇ ਉਹ ਕਿਹੜੀਆਂ ਨੇ? ਸਿੱਖ ਇਤਿਹਾਸ ਦੀਆਂ ਨੇ, ਇਸਲਾਮਿਕ ਇਤਿਹਾਸ ਦੀਆਂ ਨੇ, ਹਿੰਦੂ ਇਤਿਹਾਸ ਦੀਆਂ ਨੇ? ਵੱਧ ਇੱਥੇ ਕਿਉਂਕਿ ਸਿੱਖ ਸਕਾਲਰਾਂ ਨਾਲ ਸੰਬੰਧਿਤ ਕਿਤਾਬਾਂ ਨੇ, ਪਰ ਉਹਦੇ ਨਾਲ ਮਤਲਬ ਕੰਪੈਰੀਟਿਵ ਜਦੋਂ ਆਪਾਂ ਸਟੱਡੀ ਕਰਦੇ ਹਾਂ ਤਾਂ ਸਾਰੇ ਧਰਮਾਂ ਦੀਆਂ ਕਿਤਾਬਾਂ ਨਹੀਂ ਆ। ਸੋ ਉਹਨੂੰ ਆਪਾਂ ਕਹਿ ਚੁੱਕੇ ਹਾਂ, ਪਹਿਲਾਂ ਹੀ ਗੱਲ ਕਰ ਚੁੱਕਾ ਵੀ 2015 ਦੇ ਵਿੱਚ ਹਨੂਮਾਨ ਚਾਲੀਸਾ ਨੂੰ ਪਾੜ ਕੇ ਉਹ 'ਚ ਸੁੱਟਿਆ ਜਾਂਦਾ ਹੈਗਾ, ਭਗਵਦ ਗੀਤਾ ਨੂੰ ਸੁੱਟਿਆ ਜਾਂਦਾ ਹੈਗਾ, ਪਵਿੱਤਰ ਕੁਰਾਨ ਮਿਲਦੀ ਆ ਉਹਦੇ ਵਿੱਚੋਂ। ਧਾਰਮਿਕ ਜਥੇਬੰਦੀਆਂ ਨਹੀਂ ਸੰਪਰਕ ਕਰਦੀਆਂ ਤੁਹਾਡੇ ਨਾਲ, ਭਾਵੇਂ ਹਿੰਦੂ ਜਥੇਬੰਦੀਆਂ ਹੋਣ ਭਾਵੇਂ ਮੁਸਲਿਮ ਜਥੇਬੰਦੀਆਂ ਹੋਣ? ਜਦੋਂ ਕੋਈ ਗੱਲ ਹੁੰਦੀ ਹੈ ਪੰਜਾਬ ਦੇ ਵਿੱਚ ਉਦੋਂ ਬੜਾ ਰੌਲਾ ਪਾਇਆ ਜਾਂਦਾ ਕਿ ਸਾਡਾ ਧਰਮ ਖਤਰੇ 'ਚ ਆ, ਸਾਡਾ ਆਹ ਖਤਰੇ 'ਚ ਆ। ਇਕੱਲਾ ਸਿੱਖ ਨਹੀਂ, ਸਾਰੇ ਹੀ ਪਾਉਂਦੇ ਨੇ। ਪਰ ਜਦੋਂ ਅਸਲ ਇਤਿਹਾਸ ਨੂੰ ਸਾਂਭਣ ਦਾ ਹੁਣ ਜਿਵੇਂ ਸਮਾਂ ਆ, ਤਾਂ ਤੁਹਾਡੇ ਨਾਲ ਕੋਈ ਆ ਕੇ ਖੜਿਆ? ਸਾਡੇ ਨਾਲ ਹਜੇ ਤੱਕ ਤਾਂ ਪ੍ਰੋਪਰ ਕੋਈ ਆ ਕੇ ਨਹੀਂ ਖੜਿਆ। ਥੋੜ੍ਹੀਆਂ ਜਥੇਬੰਦੀਆਂ ਸਾਡੇ ਨਾਲ ਆ ਕੇ ਖੜੀਆਂ ਨੇ, ਪਰ ਜਿਹੜੇ ਮਤਲਬ ਸਾਨੂੰ ਹੈਰਾਨੀ ਹੁੰਦੀ ਆ ਵੀ ਜਦੋਂ ਅਸੀਂ ਚਲੋ ਇੱਥੇ ਪੜ੍ਹਦੇ ਹਾਂ ਤੇ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਵੀ ਧਰਮ ਦਾ ਰੌਲਾ ਕੂਕਣ ਵਾਲੇ, ਮਤਲਬ ਜਿਹਨੂੰ ਆਪਾਂ ਸੌਖੀ ਭਾਸ਼ਾ 'ਚ ਕਹੀਏ ਧਰਮ ਦੇ ਨਾਂ ਤੇ ਸਿਆਸਤ ਕਰਨ ਵਾਲੇ ਕੋਈ ਵੀ ਸਿਆਸਤਦਾਨ ਹੋਣ, ਉਹ ਆਪਦੇ ਧਰਮ ਪ੍ਰਤੀ ਕਿੰਨੇ ਕੁ ਸੁਹਿਰਦ ਨੇ ਅੱਜ ਇੱਥੋਂ
ਪ੍ਰਗਟ ਹੀ ਹੋ ਰਿਹਾ। ਮਤਲਬ ਸਾਰੇ ਧਰਮਾਂ ਦੇ ਸਤਿਕਾਰ ਲਈ ਮਤਲਬ ਖਾਸ ਕਰ ਹੈ ਨਾ ਮਤਲਬ ਵੀ ਇੱਥੇ ਜਿਹੜੀਆਂ ਵੱਧ ਕਿਤਾਬਾਂ ਸਿੱਖ ਧਰਮ ਨਾਲ ਰਿਲੇਟਡ ਨੇ, ਅਸੀਂ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਤੇ ਕਿਸੇ ਵੀ ਧਰਮ ਦਾ ਕੋਈ ਵੀ ਆਗੂ ਇੱਥੇ ਤੱਕ ਨਹੀਂ ਪਹੁੰਚਿਆ ਹੈਗਾ ਵੀ ਜਿਹੜਾ ਉਹ ਇਹਦੀ ਲੜਾਈ ਲੜ ਸਕੇ। ਅਸੀਂ ਗੱਲ ਕਰਦੇ ਹਾਂ ਵੀ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ, ਪਰ ਤੁਸੀਂ ਇਹ ਦੇਖੋ ਵੀ ਇੱਥੇ ਮਤਲਬ ਕੀ ਹੋ ਰਿਹਾ ਯੂਨੀਵਰਸਿਟੀ ਦੇ ਵਿੱਚ। ਦੂਜੀ ਗੱਲ ਇਹ ਆ ਵੀ ਪੰਜਾਬੀ ਯੂਨੀਵਰਸਿਟੀ ਪੰਜਾਬ ਦੇ ਵਿੱਚ ਹੋਵੇ, ਜਿੱਥੇ ਵੱਧ ਗਿਣਤੀ ਸਿੱਖਾਂ ਦੀ ਹੋਵੇ, ਉੱਥੇ ਸਿੱਖਾਂ ਨਾਲ ਹੀ ਵਿਤਕਰਾ ਕੀਤਾ ਜਾ ਰਿਹਾ ਹੈਗਾ। ਤੁਸੀਂ ਕਿਸੇ ਵੀ ਵਿਭਾਗ ਦੇ ਵਿੱਚ ਜਾਂਦੇ ਹੋ ਜਿੱਥੇ ਸਿੱਖ ਵਿਰੋਧੀ ਤਾਕਤਾਂ ਬੈਠੀਆਂ ਨੇਗੀਆਂ ਜਿਹੜੀਆਂ ਮਤਲਬ ਸਿੱਖੀ ਨੂੰ, ਪੱਗ ਨੂੰ ਜਾਂ ਸਰੂਪ ਨੂੰ ਨਫ਼ਰਤ ਕਰਦੀਆਂ ਨੇ, ਉਹ ਤੁਹਾਨੂੰ ਕਿੱਦਾਂ ਜਲਾਲਤ ਭਰੇ ਅਜਿਹਾ ਵਤੀਰਾ ਹੋ ਰਿਹਾ ਉਰੇ? ਬਹੁਤ ਹੋ ਰਿਹਾ ਹੈਗਾ। ਅਸੀਂ ਐਸਜੀਪੀਸੀ ਨੂੰ ਵੀ ਇਹ ਦੱਸਿਆ, ਉਹ ਵੀ ਮੰਨਣ ਨੂੰ ਤਿਆਰ ਨੇ ਵੀ ਹਾਂ ਸਾਡੇ ਵੀ ਧਿਆਨ 'ਚ ਇਹ ਗੱਲਾਂ ਆਈਆਂ ਨੇਗੀਆਂ, ਪਰ ਐਕਸ਼ਨ ਕੋਈ ਨਹੀਂ ਹੋ ਰਿਹਾ। ਮਸਲੇ ਨੂੰ ਮਤਲਬ ਅੰਦਰ ਖਾਤੇ ਰਫੂ ਦਫੂ ਕਰਨ ਦੀਆਂ ਸਾਰੀਆਂ ਚਾਲਾਂ ਚੱਲ ਰਹੀਆਂ। ਸੀ ਸਾਹਿਬ ਦਾ ਕੀ ਹੈ ਇਸ ਮਾਮਲੇ ਦੇ ਉੱਤੇ ਰਿਐਕਸ਼ਨ ਕੀ ਹੈ, ਉਹ ਕੀ ਕਹਿੰਦੇ ਨੇ? BC ਸਾਹਿਬ ਨੇ ਤਾਂ ਕੀ ਕਹਿਣਾਗਾ, ਉਹ ਤਾਂ ਮਤਲਬ ਆਹ ਮਸਲੇ ਤੇ ਵੀ ਅੱਜ ਤੱਕ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰੀ ਗਈ ਹੈਗੀ। ਅਸੀਂ ਪਹਿਲਾਂ ਵੀ ਕਿੰਨੇ ਵਾਰ ਦੱਸ ਚੁੱਕੇ ਹਾਂ। ਵਾਈਸ ਚਾਂਸਲਰ ਸਾਹਿਬ ਦੇ ਆਉਣ ਤੋਂ ਬਾਅਦ ਇੱਥੇ ਪ੍ਰਮੋਸ਼ਨਲ ਵੀਡੀਓ ਦੇ ਵਿੱਚੋਂ ਸਿੱਖ ਚਿਹਰੇ ਨੂੰ ਮਨਫੀ ਕਰਨਾ, ਜਿਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਬਿਆਨ ਆਉਂਦੇ ਨੇਗੇ ਵੀ ਸਿੱਖ ਚਿਹਰੇ ਨੂੰ ਨਾ ਲੈਣਾ ਬਹੁਤ ਭਾਗਾ, ਪਰ ਸਾਡੇ ਵੱਲੋਂ ਉਹਦੇ ਤੇ ਜਦੋਂ ਪ੍ਰੋਟੈਸਟ ਕੀਤਾ ਜਾਂਦਾ ਤੇਜ਼, ਤਾਂ ਪ੍ਰਮੋਸ਼ਨਲ ਵੀਡੀਓ ਨੂੰ ਦੁਬਾਰਾ ਬਣਾਇਆ ਜਾਂਦਾ, ਸਿੱਖ ਉਹਦੇ ਵਿੱਚ ਫੇਰ ਐਡ ਕੀਤੇ ਜਾਂਦੇ ਨੇਗੇ ਤੇ ਉਸ ਤੋਂ ਬਾਅਦ ਜਥੇਬੰਦੀਆਂ ਜਾਂ ਕੋਈ ਵੀ ਧਾਰਮਿਕ ਆਗੂ ਕੇਰਾਂ ਤਾਂ ਮਤਲਬ ਬਿਆਨ ਦੇ ਦਿੰਦੇ ਨੇ, ਪਰ ਉਹਦੀ ਪੈਰਵਾਈ ਕੋਈ ਨਹੀਂ ਕਰਦਾ ਹੈਗਾ। ਸੋ ਉੱਥੇ ਹੁਣ ਉਦੋਂ ਬਿਨਾਂ ਇੱਥੇ ਜਿਹੜੇ ਹੋਰ ਨੇਗੇ ਮਤਲਬ ਬਹੁਤ ਵਿਭਾਗਾਂ ਦੇ ਵਿੱਚ ਤਾਂ ਵਿਭਾਗ ਦੇ ਮੁਖੀਆਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਦੀਆਂ ਪ੍ਰਵਾਨਗੀਆਂ ਨਹੀਂ ਦਿੱਤੀਆਂ ਜਾਂਦੀਆਂ। ਜੇ ਬੱਚੇ ਆਪਣੇ ਪੱਧਰ ਤੇ ਪ੍ਰਵਾਨਗੀ ਤੋਂ ਬਿਨਾਂ ਆਪਣੇ ਪੱਧਰ ਤੇ ਪਾਠ ਕਰਾਉਂਦੇ ਨੇ ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਵੀ ਜੇ ਤੁਸੀਂ ਉੱਥੇ ਗਏ ਤਾਂ ਤੁਹਾਡੀ ਉਸ ਦਿਨ ਦੀ ਅਟੈਂਡੈਂਸ ਸ਼ਾਰਟ ਕੀਤੀ ਜਾਊਗੀ। ਤੁਸੀਂ ਦੇਖੋ ਵੀ ਇਹ ਪੰਜਾਬ ਦੀ ਧਰਤੀ ਹੋਵੇ ਜਿੱਥੇ ਪੱਗਾਂ ਵਾਲਿਆਂ ਨੂੰ ਮਤਲਬ ਦਾੜੇ ਪ੍ਰਕਾਸ਼ ਵਾਲਿਆਂ ਨੂੰ ਮਤਲਬ ਆਹ ਦਿੱਕਤਾਂ ਦਾ ਸਾਹਮਣਾ ਕਰਨਾ ਆਖਰ ਇਸ਼ਾਰਿਆਂ ਦੇ ਕਿਹਦਿਆਂ ਤੇ ਹੋ ਰਿਹਾ? ਅਸੀਂ ਇਹੀ ਕਹਿ ਰਹੇ ਹਾਂ ਇਸ ਇਨਸਾਫ ਦੀ ਲੜਾਈ ਲੜ ਰਹੇ ਵੀ ਇਹ ਕੌਣ ਤਾਕਤਾਂ ਨੇਗੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਆ ਤਾਂ ਉਧਰ ਸਤਕਾਰ ਕਿਵੇਂ ਹੈ ਕਿ ਉੱਥੇ ਵੀ ਇਹ ਕੁਝ ਹੋ ਰਿਹਾ? ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਸਤਿਕਾਰ ਦੀ ਬਹਾਲੀ ਹੈ। ਅਸੀਂ ਇੱਥੇ ਮੁੰਡੇ ਗੁਰਸਿੱਖ ਨੇ ਜਿਹੜੇ ਤੇ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕੇਰਾਂ ਅੱਜ ਦੀ ਘੜੀ ਸੁਚਾਰੂ ਢੰਗ ਨਾਲ ਚਲਾ ਰਹੀ ਆ, ਪਰ ਜਿਹੜੇ ਸਾਡੇ ਮਤਲਬ ਲਾਇਬ੍ਰੇਰੀ ਦੇ ਵਿੱਚ ਸਰੂਪ ਪਏ ਨੇਗੇ, ਐਸਜੀਪੀਸੀ ਦੇ ਜਿਹੜੇ ਮੈਂਬਰ ਇਹਨਾਂ ਦੇ ਪੱਖ 'ਚ ਭੁਗਤ ਰਹੇ ਨੇ, ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਯੂਨੀਵਰਸਿਟੀ ਦੇ ਵਿੱਚ ਸਰੂਪ ਕਿੰਨੇ ਨੇਗੇ। ਇੱਥੇ ਹੱਥ ਮਤਲਬ ਮਹਾਰਾਜ ਦੇ ਜਿਹੜੇ ਸਰੂਪ ਨੇ ਉਹ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਪਏ ਨੇ, ਉਹਨਾਂ ਦਾ ਪ੍ਰੋਪਰ ਸਤਿਕਾਰ ਹੋ ਰਿਹਾ, ਹੱਥ ਲਿਖਤਾਂ ਪਈਆਂ ਨੇ। ਯੂਨੀਵਰਸਿਟੀ ਦੇ ਵਿੱਚ ਇਹੋ ਜਿਹੇ ਅਨਮੋਲ ਖਜ਼ਾਨੇ ਪਏ ਨੇ, ਬਹੁਤੀਆਂ ਮਤਲਬ ਸਿੱਖ ਸੰਗਤਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਇੱਥੇ ਕੀ ਕੀ ਪਿਆ ਗਾ। ਸੋ ਜਿਵੇਂ ਸਾਡੇ ਨਾਲ ਮਤਲਬ 1984 ਦੇ ਵਿੱਚ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਖਤਮ ਕੀਤਾ ਗਿਆ ਸੀਗਾ, ਸੋ ਉਸੇ ਦੀ ਕੜੀ ਦੇ ਵਿੱਚ ਕਿਤੇ ਨਾ ਕਿਤੇ ਇੱਥੋਂ ਸਾਨੂੰ ਖਤਮ ਕੀਤਾ ਗਿਆ। ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਅਕਸਰ ਉਹਦਾ ਇਤਿਹਾਸ ਖਤਮ ਕਰ ਦਿੱਤਾ ਜਾਂਦਾ ਸਭ ਤੋਂ ਪਹਿਲਾਂ ਜੀ। ਸੋ ਇਤਿਹਾਸ ਨੂੰ ਖਤਮ ਕਰਨੀਆਂ ਨੇਗੀਆਂ ਤੇ ਉਹਨੂੰ ਪਹਿਲਾਂ ਮਤਲਬ ਦੂਜੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਕਿਤਾਬਾਂ ਨੂੰ ਪਾੜ ਦਿਓ ਤੇ ਬੇਅਦਬੀ ਸ਼ਬਦ ਨੂੰ ਇੰਨਾ ਕੁ ਕਾਮਨ ਕਰ ਦਿਓ ਵੀ ਆਮ ਜਿਹਾ ਲੱਗਣ ਲੱਗ ਜੇ ਵੀ ਅੱਜ ਮਤਲਬ ਉਹ ਘਟਨਾ ਆਪਣੇ ਸਾਹਮਣੇ ਆ ਵੀ ਜਦੋਂ ਬਰਗਾੜੀ ਜਾਂ ਮਤਲਬ ਉਸ ਤੋਂ ਪਹਿਲਾਂ ਕਦੇ ਮਤਲਬ ਘਟਨਾ ਹੋਈ ਹੈ ਜਾਂ ਪੰਥ ਨਾਲ ਕਿਸੇ ਨੇ ਛੇੜਿਆ ਵੀ ਤਾਂ ਸਿੱਖਾਂ ਦੇ ਮਤਲਬ ਕਈ ਦਿਨ ਘਰਾਂ 'ਚ ਰੋਟੀ ਨਹੀਂ ਪੱਕੀ ਹੈਗੀ। ਪਰ ਅੱਜ ਸਾਡੇ ਮਤਲਬ ਪੰਜਾਬ ਦੇ ਵਿੱਚ ਜਿਹਨੂੰ ਆਮ ਆਦਮੀ ਪਾਰਟੀ ਲਾਅ ਐਂਡ ਆਰਡਰ ਕਹਿੰਦੀ ਆ ਤਾਂ ਉਹ ਕਿੱਥੇ ਮੇਨਟੇਨ ਆਗਾ। ਸੋ ਇੱਥੇ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਮਤਲਬ ਰੋਜ਼ ਤਾਂ ਬੇਅਦਬੀਆਂ ਹੋ ਰਹੀਆਂ ਨੇ, ਤਾਂ ਬੇਅਦਬੀ ਨੂੰ ਇੰਨਾ ਕਾਮਨ ਜਿਹਾ ਕਰ ਦਿੱਤਾ ਗਿਆ ਵੀ ਕਿਸੇ ਨੂੰ ਕੋਈ ਬਾਹਲੀ ਵੱਡੀ ਗੱਲ ਨਹੀਂ ਲੱਗਦੀ ਹੈਗੀ ਬੇਅਦਬੀ ਹੋਣਾ। ਦੀ ਕ੍ਰਾਂਤੀ ਲਿਆਉਣ ਵਾਲੇ ਮਾਨ ਸਾਹਿਬ, ਉਹਨਾਂ ਨਾਲ ਗੱਲਬਾਤ ਹੋਈ ਜਾਂ ਉਹਨਾਂ ਦੇ ਪਾਰਟੀ ਦੇ ਐਮਐਲਏ ਉਹਨਾਂ ਕਿਸੇ ਹੋਰ ਮੰਤਰੀ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਜਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਕਿ ਤੁਸੀਂ ਸਿੱਖਿਆ ਦੀ ਕ੍ਰਾਂਤੀ ਦੀ ਗੱਲ ਕਰਦੇ ਆ ਕਿ ਸਿੱਖਿਆ ਦੇ ਵਿੱਚ ਬੜਾ ਬਦਲਾਵ ਲੈ ਕੇ ਆਉਣਗੇ, ਪਰ ਇੱਥੇ ਦਾ ਜਿਹੜਾ ਸਾਡਾ ਮੇਨ ਧੁਰ ਹੈ ਜਿੱਥੋਂ ਮੰਨ ਲਓ ਕੋਈ ਬੰਦਾ ਆਪਣੇ ਇਤਿਹਾਸ ਦੇ ਨਾਲ ਕਲਚਰ ਦੇ ਨਾਲ ਜੁੜਦਾ ਉਹਨੂੰ ਹੀ ਖਤਮ ਕੀਤਾ ਜਾ ਰਿਹਾ? ਸਪੀਕਰ ਸਾਹਿਬ ਨਾਲ ਸੰਧਵਾ ਸਾਹਿਬ ਜਿਹੜੇ ਮਤਲਬ ਪੰਥਦਰ ਦੀ ਤੌਰ ਤੇ ਵਿਚਰਦੇ ਨੇ ਪਾਰਟੀ ਵੱਲੋਂ, ਅਸੀਂ ਜਦੋਂ ਪਿਛਲੇ ਦਿਨੀ ਉਰੇ ਆਏ ਸੀ ਅਸੀਂ ਉਹਨਾਂ ਨਾਲ ਥੋੜਾ ਜਿਹਾ ਰਾਬਤਾ ਕਰਿਆ ਸੀ। ਉਹ ਕਹਿ ਰਹੇ ਸੀ ਉਸ ਦਿਨ ਤਾਂ ਵੀ ਹਾਂ ਅਸੀਂ ਇਸ ਤੇ ਧਿਆਨ ਦੇਵਾਂਗੇ ਤੇ ਮੈਂ ਹੁਣ ਸੰਧਵਾ ਸਾਹਿਬ ਨੂੰ ਚਿੱਠੀ ਵੀ ਸਪੀਕਰ ਤੌਰ ਤੇ ਲਿਖ ਚੁੱਕਿਆ, ਪਰ ਉਹਦਾ ਅੱਜ ਤੱਕ ਕੋਈ ਜਵਾਬ ਨਹੀਂ ਆਇਆ ਤੇ ਯੂਨੀਵਰਸਿਟੀ 'ਚ ਆਪਣਾ ਪ੍ਰਸ਼ਾਸਨ ਨੂੰ, ਪੰਜਾਬ ਸਰਕਾਰ ਨੂੰ ਪਤਾ ਹੀ ਆ ਵੀ ਕੀ ਕੁਝ ਹੋ ਰਿਹਾ ਹੈਗਾ। ਪੰਜਾਬ ਸਰਕਾਰ ਦਾ ਇੱਕ ਵੀ ਨੁਮਾਇੰਦਾ ਸਾਡੇ ਤੱਕ ਨਹੀਂ ਪਹੁੰਚਿਆ ਹੈਗਾ। ਤੇ ਦੂਜੀ ਗੱਲ ਜਿਹੜੀ ਉਹ ਪੰਜਾਬ ਸਰਕਾਰ ਮਤਲਬ ਕਰਪਸ਼ਨ ਦੇ ਵਾਅਦੇ ਤੇ ਉਹਦੇ ਕਰਦੀ ਹੈਗੀ, ਯੂਨੀਵਰਸਿਟੀ ਦੇ ਵਿੱਚ ਐਡੇ ਵੱਡੇ ਪੱਧਰ ਉੱਤੇ ਕਰਪਸ਼ਨ ਹੋਈ ਆ, ਉਹ ਕਰਪਸ਼ਨ ਦੇ ਵੀ ਕਾਰਵਾਈ ਨਹੀਂ ਕਰ ਰਹੇ ਹੈਗੇ। ਸਾਨੂੰ ਅੱਜ 5 ਮਹੀਨੇ ਹੋ ਗਏ ਯੂਨੀਵਰਸਿਟੀ ਦੇ ਵਿੱਚ ਦੁੱਧ ਦੇ ਘਪਲੇ 'ਚ ਕਰਪਸ਼ਨ ਹੋਈ ਤੇ ਲੜਦੇ ਆ। ਉਹ ਅਸੀਂ ਉਹਦਾ ਵੀ ਇੱਕ ਚਾਰਟ ਲਾਇਆ ਹੋਇਆ, ਉਹ ਦੇਖੋ ਤੁਸੀਂ ਵੀ ਦੁੱਧ ਦੀ ਖਰੀਦ ਦੇ ਘਪਲੇ ਯੂਨੀਵਰਸਿਟੀ ਅੱਜ ਤੱਕ ਸਾਨੂੰ ਉਹਦੀ ਰਿਪੋਰਟ ਨਹੀਂ ਦੇ ਰਹੀ ਹੈਗੀ। ਅਸੀਂ ਭਗਵੰਤ ਮਾਨ ਜੀ ਨੂੰ ਵੀ ਇਸ ਪ੍ਰਤੀ ਚਿੱਠੀਆਂ ਲਿਖ ਚੁੱਕੇ ਹਾਂ, ਮੇਲਾਂ ਕਰ ਚੁੱਕੇ ਹਾਂ, ਉਹਨਾਂ ਦਾ ਜਿਹੜਾ ਨੰਬਰ ਹੈ ਐਂਟੀ ਕਰਪਸ਼ਨ ਉਹਦੇ ਤੇ ਵੀ ਲਿਖ ਚੁੱਕੇ ਹਾਂ, ਪਰ ਸਰਕਾਰ ਵੱਲੋਂ ਮਤਲਬ ਕੋਈ ਇਹਦੇ ਤੇ ਕਾਰਵਾਈ ਨਹੀਂ। ਇਹ ਸਿਰਫ ਇੱਕ ਢੋਂਗ ਸੀਗਾ ਆਮ ਆਦਮੀ ਪਾਰਟੀ ਦਾ ਵੀ ਅਸੀਂ ਕਰਪਸ਼ਨ ਵਿਰੁੱਧ ਲੜ ਰਹੇ ਹਾਂ। ਉਹਨਾਂ ਨੂੰ ਯੂਨੀਵਰਸਿਟੀ ਦੇ ਵਿੱਚ ਪਤਾ ਨਹੀਂ ਕਿੱਡੇ ਵੱਡੇ ਪੱਧਰ ਉੱਪਰ ਕਰਪਸ਼ਨਾਂ ਹੋਈਆਂ ਨੇ। ਇੱਥੇ ਕਰੋੜਾਂ ਰੁਪਏ ਦੇ ਐਂਟੀਕ ਫਰਨੀਚਰ ਦੇ ਘਪਲੇ ਹੋ ਜਾਂਦੇ ਨੇਗੇ, ਕਰੋੜਾਂ ਰੁਪਏ ਦਾ ਐਂਟੀਕ ਫਰਨੀਚਰ ਵੇਚ ਦਿੱਤਾ ਜਾਂਦਾ ਕਬਾੜ ਦੇ 15 ਰੁਪਏ ਕਿਲੋ। ਸੋ ਸਰਕਾਰ ਉਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ।
ਲੋਕਾਂ ਨੇ ਨਾ ਸਿੱਖ ਜਾਂ ਪੰਜਾਬ ਦੇ ਫਿਲਾਸਫਰ ਹੋਣ ਦੀ ਗੱਲ ਕੀਤੀ ਹੈ ਕਿ ਅਸੀਂ ਫਿਲਾਸਫਰ ਆ, ਚਿੰਤਕ ਆ। ਬਹੁਤ ਸਾਰੇ ਲੋਕਾਂ ਨੇ ਤਾਂ ਇਹ ਜਿਹੜੀ ਜਾਣਕਾਰੀ ਹੈ ਜਾਂ ਜਿਹੜੇ ਵਡਮੁੱਲੇ ਸਰੋਤ ਨੇ ਉਹਨਾਂ ਦੇ ਸਿਰ ਤੇ ਰੋਜੀ ਰੋਟੀ ਕਮਾਈ ਹੈ। ਉਹਨਾਂ ਦਾ ਮੰਨ ਲਓ ਕਿ ਚੁੱਲ੍ਹਿਆਂ 'ਚ ਅੱਗ ਇਹਨਾਂ ਕਰਕੇ ਬਲਦੀ ਹੈ, ਜਾਣਕਾਰੀਆਂ ਸਾਂਝੀਆਂ ਕਰਦੇ ਨੇ ਜਾਂ ਫਿਲਾਸਫਰ ਖਵਾਉਂਦੇ ਨੇ, ਜਾਂ ਜਿਨ੍ਹਾਂ ਦੇ ਚੁੱਲ੍ਹਿਆਂ ਦੇ ਘਰਾਂ 'ਚ ਅੱਗ ਸਿਰਫ ਇਹਨਾਂ ਧਾਰਮਿਕ ਗ੍ਰੰਥਾਂ ਕਰਕੇ ਬਲੀ ਹੈ, ਜਿਨ੍ਹਾਂ ਨੇ ਇਹਨਾਂ ਨੂੰ ਪੜ੍ਹਿਆ ਆ। ਕਿ ਉਹਨਾਂ ਦੇ ਵਿੱਚੋਂ ਆ ਕੇ ਕੋਈ ਖੜਿਆ? ਨਹੀਂ, ਹਜੇ ਤੱਕ ਤਾਂ ਨਹੀਂ ਕੋਈ ਆ ਕੇ ਖੜਿਆ ਐਵੇਂ, ਮਤਲਬ ਅੱਜ ਤੱਕ ਕੋਈ ਨਹੀਂ ਖੜਿਆ ਜਿਨ੍ਹਾਂ ਨੇ ਇਸ ਯੂਨੀਵਰਸਿਟੀ ਦੇ ਸਿਰੋਂ ਆਪਣੇ ਘਰ-ਬਾਰ ਚਲਾਏ, ਰੋਟੀਆਂ ਚਲਾਈਆਂ, ਚੁੱਲ੍ਹੇ ਚਲਾਏ, ਜਿਹੜੇ ਇਹ ਵਿਰਸੇ ਨੇ ਉਹਨਾਂ ਨੂੰ ਬੜਾ ਕੁਝ ਦਿੱਤਾ, ਮਤਲਬ ਸਮਾਜਿਕ ਤੌਰ ਤੇ ਵੀ, ਆਰਥਿਕ ਤੌਰ ਤੇ ਵੀ ਤੇ ਬੌਧਿਕ ਤੌਰ ਤੇ ਵੀ। ਅੱਜ ਤੱਕ ਉਹਨਾਂ 'ਚੋਂ ਵੀ ਕੋਈ ਆ ਕੇ ਨਹੀਂ ਖੜਿਆ। ਵਿਦਿਆਰਥੀ ਕਿੰਨੇ ਕੁ ਸਤਰਕ ਨੇ? ਵਿਦਿਆਰਥੀ ਜਿਹੜੇ ਜਾਗੇ ਹੋਏ ਨੇ ਉਹ ਸਤਰਕ ਨੇ ਤੇ ਨਵੇਂ ਜਾਗ ਵੀ ਰਹੇ ਨੇਗੇ ਤੇ ਇੱਥੇ ਆ ਵੀ ਰਹੇ ਨੇ ਰੋਜ਼। ਮਤਲਬ ਵਿਦਿਆਰਥੀਆਂ ਦੀ ਗਿਣਤੀ, ਮਤਲਬ ਚਲੋ ਉਹਨਾਂ ਦੀਆਂ ਕਲਾਸਾਂ ਵੀ ਹੁੰਦੀਆਂ ਨੇ, ਨਵੇਂ ਵਿਦਿਆਰਥੀ ਇੱਥੇ ਮੋਰਚੇ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਨੇ। ਤਾਂ ਅਸੀਂ ਪਿਛਲੇ ਦਿਨੀ ਇੱਕ ਕੈਂਡਲ ਮਾਰਚ ਵੀ ਕੱਢਿਆ ਸੀ ਇਸ ਪ੍ਰਤੀ। ਉਹਦੇ ਵਿੱਚ ਵਿਦਿਆਰਥੀਆਂ ਦਾ ਇਕੱਠ ਦੱਸ ਰਿਹਾ ਸੀ ਵੀ ਹਾਂ ਵਿਦਿਆਰਥੀ ਇਸ ਪ੍ਰਤੀ ਸਤਰਕ ਨੇ। ਪਰ ਉਹੀ ਗੱਲ ਫੇਰ ਆ ਵੀ ਉਹਨਾਂ ਨੂੰ ਡਰਾਇਆ ਧਮਕਾਇਆ ਤੇ ਮਤਲਬ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਜਦੋਂ ਆ ਜਾਂਦੀਆਂ ਨੇ। ਤਾਂ ਅਖੀਰ ਦੇ ਵਿੱਚ ਅਸੀਂ ਇਹੀ ਜਾਣਨਾ ਚਾਹੁੰਦੇ ਹਾਂ ਕਿ ਤੁਹਾਡਾ ਜਿਹੜਾ ਅਗਲਾ ਹੁਣ ਰੂਟ ਪਲਾਨ ਹੈ ਕੀ ਹੈ? ਉਰੇ ਧਰਨਾ ਲਗਾ ਕੇ ਬੈਠੋਗੇ ਜਾਂ ਕੁਝ ਹੋਰ ਅੱਗੇ ਕਰਨ ਦਾ ਪਲਾਨ? ਇੱਥੇ ਸਾਡਾ 24 ਘੰਟੇ ਦਾ ਧਰਨਾ ਚੱਲ ਰਿਹਾ ਤੇ ਉਸ ਤੋਂ ਬਾਅਦ ਅਸੀਂ ਮਤਲਬ ਪੰਜਾਬ ਦੇ ਵਿੱਚ ਰੋਸ ਰੈਲੀਆਂ ਦਾ ਬਣਾ ਰਹੇ ਹਾਂਗੇ ਤੇ ਉਸ ਤੋਂ ਬਾਅਦ ਅਸੀਂ ਰੋਸ ਰੈਲੀਆਂ ਕਰਾਂਗੇ ਤੇ ਅਸੀਂ ਉਹਨਾਂ ਚਿਰ ਪਰ ਆਪਣੀ ਜੰਗ ਜਾਰੀ ਰੱਖਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਹੈਗਾ ਇੱਥੋਂ। ਕਿਉਂਕਿ ਅਸੀਂ ਇੱਥੇ ਆਪਣੀ ਅਰਦਾਸ ਕਰਕੇ ਬੈਠੇ ਹਾਂ ਤੇ ਅਰਦਾਸ ਗੁਰੂ ਮਹਾਰਾਜ ਕਦੇ ਵਿਅਰਥੀ ਨਹੀਂ ਜਾਣ ਦੇਣਗੇ। ਤੇ ਮਤਲਬ ਅਸੀਂ ਬੈਠੇ ਹਾਂ, ਲੜਾਂਗੇ ਆਪਦੇ ਮਤਲਬ ਸਤਿਕਾਰ ਲਈ, ਗੁਰੂ ਦੇ ਲਈ, ਆਪਦੇ ਵਿਰਸੇ ਲਈ, ਆਪਦੇ ਪੰਥ ਲਈ ਅਸੀਂ ਲੜਾਂਗੇ ਤੇ ਲੜਦੇ ਰਹਾਂਗੇ।